ਲੋਈ ਕਹਾਣੀ ਸਰਗੀ। ਭਲਾ ਇੰਜ ਵੀ ਕੋਈ ਤੁਰ ਜਾਂਦਾ ਏ ਜਿਵੇਂ ਭੂਆ ਤੁਰ ਪਈ ਸੀ। ਉਹ ਜਾ ਰਹੀ ਸੀ ਉੱਥੇ ਜਿੱਥੇ ਕੋਈ ਨਹੀਂ ਬੋੜਦਾ। ਡਾਕਟਰ ਮੁਤਾਬਕ ਬਸ 2-3 ਘੰਟਿਆਂ ਦੀ ਪ੍ਰਾਹੁਣੀ ਆ ਭੂਆ। ਜ਼ਿੰਦਗੀ ਦੀ ਅੱਖ ਵਿੱਚ ਅੱਖ ਪਾ ਕੇ ਗੱਲ ਕਰਨ ਵਾਲੀ ਭੂਆ ਨੂੰ ਜ਼ਿੰਦਗੀ ਇੰਜ ਵੀ ਝਕਾਨੀ ਦੇ ਸਕਦੀ ਆ। ਸੋਚ ਸੋਚ ਮਨ ਨੂੰ ਹੌਲ ਜਿਹੇ ਪੈਂਦੇ। ਡੱਕ ਡੱਕ ਰੱਖੇ ਹੰਝੂਆਂ ਦਾ ਹੜ੍ਹ ਜਿਹਾ ਆਉਂਦਾ ਏ। ਅੱਖਾਂ ਦੇ ਕੋਏ ਦੁਖਣ ਲੱਗਦੇ ਆ। ਢਿੱਡ ਦੀਆਂ ਅੰਦਰਾਂ ਗੁੱਛਾ ਮੁੱਛਾਂ ਜਿਹੀਆਂ ਹੋਣ ਲੱਗਦੀਆਂ ਤੇ ਭੂਆ ਨਾਲ ਹੋਇਆ ਬੀਤਿਆ ਸਭ ਯਾਦ ਆਉਣ ਲੱਗਦਾ ਏ। ਥੋੜ੍ਹੇ ਜਿਹੇ ਦਿਨ ਪਹਿਲਾਂ ਲੋਈ ਵਾਲੀ ਕੀਤੀ ਗੱਲ ਚੇਤੇ ਆਉਂਦੀ ਏ ਤਾਂ ਡਾਢੇ ਦੁੱਖ ਨਾਲ ਭਰ ਜਾਂਦੀ ਹਾਂ। ਮੈਂ ਕਿਹੜੀ ਗੱਲੋਂ ਉਹ ਗੱਲ ਕਹਿ ਦਿੱਤੀ ਸੀ ਭਲਾ? ਜੇ ਕਿਤੇ ਮਨ ਵਿੱਚ ਵੀ ਕੋਈ ਡਿਲੀਟ ਚੈਟ ਵਾਲੀ ਆਪਸ਼ਨ ਹੋਵੇ ਤਾਂ ਮੈਂ ਉਸ ਲੋਈ ਵਾਲੀ ਗੱਲ ਨੂੰ ਵੀ ਡਿਲੀਟ ਕਰ ਦੇਵਾਂ। ਉਹ ਗੱਲ ਜੋ ਕਦੇ ਹਾਸੇ ਠੱਠੇ ਦਾ ਕਾਰਨ ਸੀ ਅੱਜ ਰੋਣ ਦਾ ਸਬੱਬ ਬਣ ਗਈ ਸੀ। ਰੱਬਾ, ਮੇਰੀ ਹਾਸੇ ਮਖੌਲ ਵਿੱਚ ਕੀਤੀ ਗੱਲ ਜੇ ਤੂੰ ਏਡੀ ਛੇਤੀ ਸੁਣ ਲਈ ਸੀ ਤਾਂ ਅੱਜ ਫੇਰ ਇੱਕ ਮੇਰੀ ਗੱਲ ਮੰਨ ਲਾ। ਮੇਰੀ ਭੂਆ ਨੂੰ ਥੋੜ੍ਹੀ ਜਿਹੀ ਉਮਰ ਹੋਰ ਦੇ ਦੇ। ਪਰ ਉਹ ਡਾਢਾ ਕਦੀ ਕੋਈ ਜਵਾਬ ਦਿੰਦਾ ਤੇ ਮੇਰੇ ਬੋਲ ਹਵਾ ਵਿੱਚ ਹੀ ਲਟਕ ਗਏ ਸੀ। ਨੇੜਿਓਂ ਬੱਸ ਲੰਘਦੀ ਹੈ ਤਾਂ ਯਾਦ ਆਉਂਦਾ ਏ ਕਿੰਨਾ ਡਰਦੀ ਸੀ ਭੂਆ ਮੌਤ ਕੋਲੋਂ। ਇੱਕ ਵਾਰੀ ਸਿਆਣੀ ਜਿਹੀ ਬਣਦਿਆਂ ਭੂਆ ਸਾਨੂੰ ਮੱਤ ਦੇਣ ਲੱਗ ਪਈ, ਜੇ ਕਦੇ ਬੱਸ ਵਿੱਚ ਜਾਣਾ ਪਵੇ ਹਮੇਸ਼ਾ ਵਿਚਕਾਰ ਬੈਠੀਦਾ ਹੁੰਦਾ। ਉਹ ਕਿਉਂ ਭਲਾ? ਅਸਾਂ ਸਵਾਲ ਪਾਇਆ ਸੀ। ਇਹ ਵੀ ਕੋਈ ਪੁੱਛਣ ਵਾਲੀ ਗੱਲ ਆ? ਜਾਂ ਬਸ ਅੱਗੋਂ ਵੱਜੂ ਜਾਂ ਪਿੱਛੋਂ ਵੱਜੂ, ਵਿਚਕਾਰੋਂ ਤਾਂ ਵੱਜਣੋਂ ਰਹੀ। ਭੂਆ, ਕਿਸਮਤ ਮਾੜੀ ਹੋਵੇ ਤਾਂ ਵਿਚਕਾਰੋਂ ਵੀ ਵੱਜ ਸਕਦੀ ਆ। ਹੈਂ, ਇੰਜ ਕਿਵੇਂ ਵੱਜ ਜੂ ਭਲਾ? ਕਮਲਿਆ ਟੱਬਰਾ, ਜੇ ਕੋਈ ਸਿਆਣੀ ਮੱਤ ਦੇਵੇ ਤਾਂ ਲੈ ਲੈਣੀ ਚਾਹੀਦੀ ਆ। ਤੇ ਅਸੀਂ ਭੂਆ ਦੀਆਂ ਇਹੋ ਜਿਹੀਆਂ ਸਿਆਣੀਆਂ ਗੱਲਾਂ ਨੂੰ ਸ਼ੁਗਲ ਬਣਾ ਲੈਂਦੇ ਤੇ ਜਦ ਕਦੇ ਵੀ ਭੂਆ ਸਾਡੇ ਕੋਲ ਹੁੰਦੀ ਅਸੀਂ ਜ਼ਰੂਰ ਪੁੱਛਦੇ, ਭੂਆ ਫਿਰ ਦੱਸ ਬੱਸ ਅੱਗੋਂ ਵੱਜੂ ਕਿ ਪਿੱਛੋਂ ਵੱਜੂ? ਪਰ ਹੁਣ ਤਾਂ ਇੰਜ ਲੱਗਦਾ ਸੀ ਜਿਵੇਂ ਭੂਆ ਆਪ ਹੀ ਚੱਲਦੀ ਬੱਸ ਦੇ ਅੱਗੇ ਖੜ੍ਹ ਗਈ ਹੋਵੇ। ਨਹੀਂ ਤਾਂ ਕੀ ਲੋੜ ਸੀ ਗੋਡਿਆਂ ਦੇ ਆਪਰੇਸ਼ਨ ਦੀ? ਚੰਗੀ ਭਲੀ ਤੁਰੀ ਫਿਰਦੀ ਸੀ। ਆਪਰੇਸ਼ਨ ਕਰਾਉਣ ਤੋਂ ਪਹਿਲਾਂ ਉਹ ਕਿੰਨੀ ਹੀ ਦੁਨੀਆਦਾਰੀ ਮੈਨੂੰ ਸਮਝਾ ਗਈ ਸੀ। ਕੰਨ ਲਾ ਕੇ ਸੁਣ ਲਾ ਗੱਲ ਮੇਰੀ। ਇੱਕ ਵਾਰ ਮੈਨੂੰ ਹਸਪਤਾਲ ਮਿਲਣ ਆਈ ਤੇ ਫਿਰ ਉਹਨਾਂ ਵਲੈਤੀਆਂ ਨੂੰ ਵੀ ਸਮਝਾ ਦੇਵੀਂ, ਫੋਨ ਤੇ ਮੇਰੀ ਖਬਰਸਾਰ ਲੈਂਦੇ ਰਹਿਣ। ਭੂਆ ਦੀਆਂ ਇਹੋ ਜਿਹੀਆਂ ਗੱਲਾਂ ਮੈਨੂੰ ਖਿਝ ਵੀ ਦੇ ਜਾਂਦੀਆਂ ਸਨ ਤੇ ਖਿਝ ਜਿਹੀ 'ਚ ਹੀ ਮੈਂ ਭੂਆ ਨੂੰ ਕਿਹਾ ਸੀ, ਭੂਆ ਹੁਣ ਆਹ ਕੀ ਗੱਲ ਹੋਈ ਭਲਾ? ਕਮਲੀਏ, ਇੰਜ ਸ਼ਰੀਕੇ ਨੂੰ ਕੰਨ ਹੋ ਜਾਂਦੇ ਆ, ਪਈਏ ਦਾ ਅੱਗਾ ਪਿੱਛਾ ਅਜੇ ਕਾਇਮ ਆ। ਭੂਆ ਨਾਲ ਮੇਰਾ ਸੁਭਾਅ ਨਹੀਂ ਮਿਲਦਾ ਸੀ। ਉਹਦੀਆਂ ਕਈ ਗੱਲਾਂ ਮੈਨੂੰ ਚੰਗੀਆਂ ਨਹੀਂ ਸਨ ਲੱਗਦੀਆਂ, ਪਰ ਫਿਰ ਵੀ ਭੂਆ ਤੇ ਮੈਨੂੰ ਅੰਤਾਂ ਦਾ ਮੋਹ ਆਉਂਦਾ। ਮੇਰੀ ਇਹੋ ਜਿਹੀ ਗੱਲ ਸੁਣ ਉਸ ਕਿਹਾ ਸੀ, ਮੋਹ ਆਉਣਾ ਕਿੱਦਾਂ ਨਹੀਂ? ਮੋਹ ਤਾਂ ਤੈਨੂੰ ਮੇਰੇ ਨਾਲ ਕਰਨਾ ਹੀ ਪੈਣਾ। ਸਿਆਣੇ ਐਵੇਂ ਤਾਂ ਨਹੀਂ ਕਹਿ ਗਏ, ਭੂਆ ਭਤੀ ਇੱਕੋ ਭੜੋਲੇ ਦਾ ਬੀ। ਗੱਲ ਚੇਤੇ ਕਰ ਮੇਰੇ ਬੁੱਲ੍ਹ ਹੱਸੇ ਸੀ ਤੇ ਅੱਖਾਂ ਭਰ ਆਈਆਂ ਸੀ। ਮੈਂ ਭੜੋਲੇ ਦੇ ਪਰਦੇਸੀ ਬੀਆਂ ਬਾਰੇ ਸੋਚਣ ਲੱਗ ਪਈ ਸੀ। ਸਾਰੀ ਵਾਟ ਉਹ ਮੇਰੇ ਨਾਲ ਭੂਆ ਦੀਆਂ ਗੱਲਾਂ ਕਰਦੇ ਰਹੇ ਸੀ। ਉਹਦੀਆਂ ਝੱਲ ਵਲੱਲੀਆਂ ਯਾਦ ਕਰ ਹੱਸਦੇ ਰਹੇ ਸੀ, ਰੋਂਦੇ ਰਹੇ ਸੀ। ਮਾਂ ਤੇ ਚਾਚੀਆਂ ਨੇ ਮੈਨੂੰ ਸਾਰੇ ਕਾਰ ਵਿਹਾਰ ਸਮਝਾ ਦਿੱਤੇ ਸੀ। ਉਸ ਨੂੰ ਮੈਂ ਪੁੱਛਿਆ ਸੀ, ਤੁਸੀਂ ਸਾਰੇ ਪਹੁੰਚ ਰਹੇ ਹੋ? ਸਲਾਹ ਕਰਕੇ ਦੱਸਦੇ ਆ ਤੈਨੂੰ, ਕਿਸ ਕਿਸ ਕੋਲੋਂ ਆ ਹੁੰਦਾ। ਹਾਂ ਸੱਚ, ਲੋਈ ਲੈ ਲਵੀਂ ਜਾਂਦੀ ਜਾਂਦੀ। ਕੁਝ ਕਹਿਣਾ ਚਾਹੁੰਦੀ ਸੀ ਪਰ ਫੋਨ ਕੱਟਿਆ ਗਿਆ। ਲੋਈ ਵਾਲੇ ਬੈਗ ਨੂੰ ਵੇਖ ਮੇਰੀ ਭੁੱਬ ਨਿਕਲ ਜਾਂਦੀ ਏ। ਭੂਆ ਕਿਹੋ ਜਿਹੇ ਸੁਨੇਹੇ ਦੇ ਗਈ ਸੀ ਮੈਨੂੰ। ਡਰਾਈਵਰ ਕਾਰ ਨੂੰ ਬ੍ਰੇਕ ਮਾਰਦਾ ਹੈ ਤਾਂ ਮੇਰੀਆਂ ਸੋਚਾਂ ਤੇ ਬ੍ਰੇਕ ਲੱਗ ਜਾਂਦੀ ਹੈ। ਬਾਹਰ ਵੇਖਦੀ ਹਾਂ ਤਾਂ ਭੀੜ ਦਿਸਦੀ ਹੈ, ਪਰ ਹੁਣ ਇਸ ਭੀੜ ਵਿੱਚ ਭੂਆ ਕਦੇ ਨਹੀਂ ਦਿਸਣੀ ਤੇ ਮੈਂ ਆਪਣੇ ਮਨ ਨੂੰ ਸਾਵਾਂ ਕਰਨ ਲਈ ਭੂਆ ਦੀ ਦਰਾਣੀ ਨੂੰ ਫੋਨ ਕਰ ਦਿੰਦੀ ਹਾਂ। ਭੂਆ ਦਾ ਕੀ ਹਾਲ ਹੁਣ? ਕੋਈ ਹਾਲ ਨਹੀਂ ਓ ਤੇਰੀ ਭੂਆ ਦਾ। ਬਸ ਹੁਣ ਤੇ ਰੱਬ ਹੀ ਆ ਜੇ ਬੌੜ ਪਵੇ। ਛੇਤੀ ਆ ਜਾ ਧੀਏ, ਤੈਨੂੰ ਹੀ ਡੀਕਣ ਡਈ ਊ। ਇਸ ਤੋਂ ਬਾਅਦ ਫੋਨ ਤੇ ਉਹਦੀਆਂ ਸਿਸਕੀਆਂ ਸਨ ਤੇ ਮੇਰੇ ਕੋਲੋਂ ਵੀ ਕੁਝ ਨਾ ਬੋਲ ਹੋਇਆ। ਫੋਨ ਤੇ ਆਵਾਜ਼ ਆਉਣੀ ਬੰਦ ਹੋ ਗਈ ਸੀ ਤੇ ਮੈਂ ਇਹਨਾਂ ਦੋਵਾਂ ਬਾਰੇ ਸੋਚਣ ਲੱਗ ਪਈ ਸੀ। ਅਜੀਬ ਰਿਸ਼ਤਾ ਸੀ ਇਹਨਾਂ ਦੋਵਾਂ ਦਾ। ਭੂਆ ਲਈ ਕਦੀ ਇਹ ਸ਼ਰੀਕਣੀ ਸੀ, ਕਦੇ ਕੁਲਦੀਪ ਕੌਰ ਤੇ ਕਦੇ ਸਾਡੀ ਛੋਟੀ ਭੂਆ ਸੀ। ਭੂਆ ਆਪਣੇ ਸੁਭਾਅ ਮੁਤਾਬਕ ਝੱਟ ਤੱਤੀ ਠੰਡੀ ਹੋ ਜਾਂਦੀ, ਲੜ ਬੋਲ ਵੀ ਪੈਂਦੀ ਸੀ, ਪਰ ਆਪਣੀ ਸ਼ਰੀਕਣੀ ਬਗੈਰ ਬਚਦੀ ਵੀ ਨਹੀਂ ਸੀ। ਇਹੋ ਜਿਹੇ ਵੇਲੇ ਹੀ ਮੈਨੂੰ ਭੂਆ ਫੋਨ ਤੇ ਦੱਸਦੀ, ਅੱਜ ਅਸੀਂ ਲੜ ਬੋਲ ਪਈਆਂ। ਸੜ ਜਾਣੀ ਮੇਰੀ ਜ਼ੁਬਾਨ ਰਹਿੰਦੀ ਨਹੀਂ ਤੇ ਮੇਰੀ ਸ਼ਰੀਕਣੀ ਗੱਲ ਦਿਲ ਤੇ ਲਾ ਕੇ ਬਹਿ ਜਾਂਦੀ ਆ।
ਭੂਆ, ਜੇ ਛੋਟੀ ਭੂਆ ਬਗੈਰ ਤੇਰਾ ਗੁਜ਼ਾਰਾ ਨਹੀਂ ਹੁੰਦਾ ਤਾਂ ਨਾ ਲੜਿਆ ਕਰ। ਲੈ, ਇੱਦਾਂ ਕਿੱਦਾਂ ਹੋ ਜੇ? ਸ਼ਰੀਕਣੀ ਦਾ ਹੋਰ ਚਾਰ ਪਾਉਣਾ ਜੇ ਲੜਾਈ ਨਾ ਕੀਤੀ। ਤੇ ਫਿਰ 2 ਕੁ ਦਿਨਾਂ ਬਾਅਦ ਸੁਲ੍ਹਾ ਸਫਾਈ ਦਾ ਫੋਨ ਆ ਜਾਂਦਾ। ਗੱਲ ਸੁਣ, ਮੈਂ ਅੱਜ ਆਪੇ ਹੀ ਜਾ ਕੇ ਮਨਾ ਲਈ ਆਪਣੀ ਸ਼ਰੀਕਣੀ। ਤੇ ਫਿਰ ਮੇਰੇ ਪੁੱਛਣ ਤੋਂ ਪਹਿਲਾਂ ਹੀ ਹੋਇਆ ਬੀਤਿਆ ਦੱਸਣ ਬਹਿ ਜਾਂਦੀ। ਇਸ ਵਾਰ ਜ਼ਿਆਦਾ ਹੀ ਵਿਟਰ ਗਈ ਸੀ। 2 ਕੁ ਦਿਨ ਤਾਂ ਮੈਂ ਵਾਹਵਾ ਸਬਰ ਰੱਖਿਆ, ਪਰ ਫਿਰ ਦਿਲ ਹੌਲਾ ਪੈ ਗਿਆ। ਮੈਂ ਜੇਰਾ ਜਿਹਾ ਕਰਕੇ ਬੁਲਾ ਲਿਆ। ਅੱਗੋਂ ਭਾਰਾਂ 'ਤੇ ਪੈ ਗਈ। ਔਖੀ ਜਿਹੀ ਹੋ ਕੇ ਮੈਨੂੰ ਆਖਣ ਲੱਗੀ, ਮੈਨੂੰ ਨਾ ਬੁਲਾ। ਮੈਂ ਕਿਹਾ, ਇਹ ਗੱਲ ਝੂਠੀ। ਤੂੰ ਮੇਰੀ ਸ਼ਰੀਕਣੀ, ਲੜਨਾ ਵੀ ਤੇਰੇ ਨਾਲ ਆ ਤੇ ਬੋਲਣਾ ਵੀ ਤੇਰੇ ਨਾਲ ਆ। ਚੱਲ ਹੁਣ ਰੋਸਾ ਮਿਟਾ ਤੇ ਚਾਹ ਬਣਾ। ਇੰਜ ਉਹ ਲੜ ਵੀ ਪੈਂਦੀ ਸੀ ਤੇ ਰੋਸੇ ਮਿਟਾ ਵੀ ਲੈਂਦੀ ਸੀ। ਸਮਝ ਨਹੀਂ ਆਉਂਦੀ, ਰੋਸੇ ਮਿਟਾਉਣ ਵਾਲੀ ਨਾਲ ਰੱਬ ਕਿਹੜੀ ਗੱਲੋਂ ਰੁੱਸ ਗਿਆ। ਮੋਬਾਈਲ ਦੀ ਰਿੰਗ ਤੋਂ ਮੈਂ ਤਰਬਕ ਜਾਂਦੀ ਹਾਂ। ਛੋਟੀ ਭੂਆ ਦਾ ਫੋਨ ਸੀ। ਧੀਏ, ਰੱਬ ਨਹੀਂ ਉਹ ਰੀਝਿਆ, ਲੈ ਗਿਆ ਈ ਤੇਰੀ ਭੂਆ ਨੂੰ ਖੋ ਕੇ। ਫੋਨ 'ਤੇ ਆਵਾਜ਼ ਆਉਣੀ ਬੰਦ ਹੋ ਗਈ ਸੀ ਤੇ ਮੈਂ ਆਪਣੇ ਹੀ ਅੰਦਰ ਡੂੰਘਾ ਲੈ ਗਈ ਸੀ। ਘਰ ਭੂਆ ਦੇ ਪਿੰਡ ਵੱਲ ਮੋੜਾ ਖਾ ਗਈ ਸੀ। ਉਹਨਾਂ ਰਾਵਾਂ ਤੇ ਥਾਵਾਂ ਨੂੰ ਗੌਰ ਨਾਲ ਵੇਖਿਆ ਜਿਨ੍ਹਾਂ ਨੂੰ ਭੂਆ ਪਲਾ ਛੇਣਾ ਵਿੱਚ ਹੀ ਛੱਡ ਆਈ ਸੀ। ਭੂਆ ਦੇ ਘਰ ਵਿਹੜੇ ਵਿੱਚ ਵਿਛਿਆ ਸੱਥਰ ਦੇਖ ਕੇ ਮਨ ਨੂੰ ਹੌਲ ਜਿਹਾ ਪਿਆ। ਨੀ ਤੂੰ ਆਪੇ ਮੌਤ ਸਹੇੜ ਲਈਓ, ਨੀ ਤੂੰ ਕਿਹੜੇ ਰਾਏ ਪੈ ਗਈਓ ਮੇਰੀ ਸ਼ਰੀਕਣੀਏ, ਗੁਆਂਢ ਸੁੰਨਾ ਕਰ ਗਈਓ। ਮੇਰਾ ਵੀ ਜੀ ਕਰਦਾ ਸੀ ਮੈਂ ਛੋਟੀ ਭੂਆ ਦੇ ਗੱਲ ਲੱਗ ਬਹੁਤ ਕੁਝ ਭੂਆ ਨੂੰ ਆਖਾਂ, ਪਰ ਮੇਰੇ ਕੋਲ ਕੁਝ ਵੀ ਬੋਲ ਨਾ ਹੋਇਆ ਤੇ ਮੈਂ ਕਿੰਨਾ ਚਿਰ ਭੂਆ ਦੇ ਗੱਲ ਲੱਗ ਰੋਂਦੀ ਰਹੀ ਸੀ। ਸੜ ਜਾਣੇ ਗੋਡੇ ਹੀ ਜੰਮ ਬਣ ਕੇ ਆ ਗਏ। ਭੀੜ ਵਿੱਚੋਂ ਕਿਸੇ ਦੀ ਆਵਾਜ਼ ਆਉਂਦੀ ਹੈ। ਸੱਚ ਹੀ ਤਾਂ ਸੀ, ਗੋਡਿਆਂ ਨੇ ਹੀ ਜਾਨ ਲੈ ਲਈ। ਭੂਆ ਜੀਣਾ ਚਾਹੁੰਦੀ ਸੀ ਸੋਹਣਾ ਬਣ ਕੇ। ਕਹਿੰਦੀ ਹੁੰਦੀ ਸੀ, ਮੈਂ ਨਹੀਂ ਸੋਟੀ ਜਿਹੀ ਫੜ ਕੇ ਤੁਰਨਾ, ਪਰ ਉਮਰਾਂ ਅੱਗੇ ਗੋਡਿਆਂ ਮੋਢਿਆਂ ਦਾ ਵੱਸ ਨਹੀਂ ਚੱਲਦਾ। ਗੋਡੇ ਦੁਖਣ ਲੱਗ ਪਏ ਸੀ ਤੇ ਉਹ ਹਸਪਤਾਲ ਦੇ ਰਾਹੇ ਪੈ ਗਈ ਸੀ। ਰਿਪੋਰਟਾਂ ਆਈਆਂ ਤਾਂ ਸਭ ਨੂੰ ਦਿਖਾਉਂਦੀ ਫਿਰੇ। ਸਾਰੇ ਟੈਸਟ ਨਾਰਮਲ ਆਏ ਆ ਮੇਰੇ, ਪਰ ਆ ਸੜ ਜਾਣੇ ਗੋਡਿਆਂ ਨੂੰ ਪਤਾ ਨਹੀਂ ਕਿਹੜੀ ਬਿਮਾਰੀ ਪੈ ਗਈ। ਕਨੇਡਾ 'ਚ ਤਾਂ 80-80 ਸਾਲ ਦੀਆਂ ਬੁੱਢੀਆਂ ਹਰਲ ਹਰਲ ਕਰਦੀਆਂ ਫਿਰਦੀਆਂ, ਮੈਂ ਤਾਂ ਹਾਲੇ 60 ਵੀ ਨਹੀਂ ਟੱਪੀ ਸੀ। ਗੋਡੇ ਬਦਲਾਉਣ ਦਾ ਵਿਆਹ ਜਿੰਨਾ ਚਾਅ ਸੀ ਉਹਨੂੰ। ਹਸਪਤਾਲ ਜਾਣ ਤੋਂ ਪਹਿਲਾਂ ਵਾਲ ਡਾਈ ਕੀਤੇ, 8-10 ਸੂਟ ਬਣਾਏ। ਕਹਿੰਦੀ ਫਿਰੇ, ਫਿਰ ਮੈਥੋਂ ਹਿੱਲ ਨਹੀਂ ਹੋਣਾ, ਕਈਆਂ ਨੇ ਵੇਖਣ ਆਉਣਾ ਮੈਨੂੰ। ਮੈਂ ਉਸ ਵੇਲੇ ਹੱਸਦਿਆਂ ਕਿਹਾ ਸੀ, ਭੂਆ, ਸੂਟ ਸਵਾਉਣ ਦਾ ਇਹ ਬਹਾਨਾ ਪਹਿਲੀ ਵਾਰ ਸੁਣਿਆ। ਨੀ ਗੱਲ ਸੁਣ ਮੇਰੀ, ਉਹ ਕਿਹੜਾ ਕੁਝ ਨਾਲ ਲੈ ਗਿਆ। ਹੁਣ ਮੈਂ ਜਦ ਵੀ ਨਵੇਂ ਸੂਟ ਪਾਉਂਦੀ ਆ, ਸੋਚੂੰ ਉਹਦੀ ਰੂਹ ਖੁਸ਼ ਹੋ ਗਈ ਹੋਣੀ। ਭੂਆ ਗਾਹੇ ਬਗਾਹੇ ਤੁਰ ਗਏ ਫੁੱਫੜ ਨੂੰ ਇੰਝ ਹੀ ਯਾਦ ਕਰਦੀ ਹੁੰਦੀ ਸੀ। ਕਨੇਡਾ ਤੋਂ ਵਾਪਸ ਆਉਣ ਤੋਂ ਬਾਅਦ ਘੱਟਿਓਂ ਘੱਟੀ ਹੋਈ ਫੋਟੋ ਨੂੰ ਕਿੰਨਾ ਚਿਰ ਸਾਫ਼ ਕਰਦੀ ਰਹੀ ਤੇ ਉਹ ਫੋਟੋ ਨਾਲ ਗੱਲਾਂ ਕਰਦੀ ਰਹੀ। ਵੇ ਸਰਦਾਰਾ, ਮੈਂ ਤਾਂ 7 ਸਮੁੰਦਰ ਪਾਰ ਕਰਕੇ ਮੋੜ ਆਈ ਤੇ ਤੂੰ ਕੰਧ ਨਾਲ ਹੀ ਲੱਗਾ ਅਜੇ ਤੱਕ। ਧੀ ਪੁੱਤ ਆਪੋ ਆਪਣੇ ਘਰੀ ਸੁਖੀ ਵਸਦੇ ਆ, ਪਰ ਤੇਰੇ ਬਗੈਰ ਜੀਣ ਦਾ ਕੋਈ ਹੱਜ ਨਹੀਂ ਓ। ਵਿਹੜੇ ਵਿੱਚ ਤੁਰੀ ਫਿਰਦੀ ਆਪਣੀ ਸ਼ਰੀਕਣੀ ਨੂੰ ਆਵਾਜ਼ ਮਾਰ ਕੇ ਕਹਿਣ ਲੱਗੀ, ਵੇਖ ਲਾ ਕੁਲਦੀਪ ਕੁਰੇ, ਨਿਖਾਰ ਦਿੱਤਾ ਈ ਤੇਰਾ ਜੇਠ। ਕਿੰਨੀਆਂ ਗੱਲਾਂ ਕਰ ਲਈਆਂ ਤੇਰੇ ਜੇਠ ਨਾਲ, ਪਰ ਕੋਈ ਜਵਾਬ ਨਹੀਂ ਉਹ ਦਿੰਦਾ ਮੈਨੂੰ। ਕਿੱਡਾ ਨਿਰਮੋਇਆ ਹੋ ਗਿਆ ਤੇਰਾ ਜੇਠ। ਤੇ ਫਿਰ ਉਹਦੇ ਗੱਲ ਲੱਗ ਭੁੱਬਾ ਮਾਰ-ਮਾਰ ਰੋਂਦੀ ਰਹੀ ਸੀ। ਕਹਿੰਦੇ ਆ ਜਾਣ ਵਾਲੇ ਬੰਦੇ ਨੂੰ ਉਹਦੀ ਮੌਤ ਦਿਸਣ ਲੱਗ ਪੈਂਦੀ ਆ। ਕਈ ਵਾਰ ਫੁੱਫੜ ਦੀ ਫੋਟੋ ਨੂੰ ਸਾਫ਼ ਕਰਦਿਆਂ ਕਹਿਣਾ, ਮੈਂ ਆਪਣੇ ਪੁੱਤ ਨੂੰ ਪਹਿਲਾਂ ਹੀ ਸਮਝਾ ਦੇਣਾ, ਮੇਰੇ ਮਰਨ ਤੋਂ ਬਾਅਦ ਫੋਟੋ ਨਾ ਬਣਵਾਈ ਮੇਰੀ। ਤੇਰੀ ਫੋਟੋ ਤੋਂ ਤਾਂ ਮੈਂ ਮਿੱਟੀ ਘੱਟਾ ਝਾੜ ਦਿੰਦੀ ਆ, ਪਰ ਸਰਦਾਰਾ, ਮੇਰੀ ਫੋਟੋ ਕੌਣ ਸਾਫ਼ ਕਰਿਆ ਕਰੂ ਭਲਾ। ਭੂਆ ਦੀ ਇਸ ਗੱਲ ਦਾ ਜਵਾਬ ਕਿਸੇ ਕੋਲ ਵੀ ਨਹੀਂ ਸੀ। ਪਰਦੇਸਾਂ ਨੇ ਬੁਢਾਪਾ ਰੋਲ ਦਿੱਤਾ। ਸੱਥਰ ਦੀ ਭੀੜ ਵਿੱਚੋਂ ਆਵਾਜ਼ ਆਈ। ਸੱਥਰ 'ਤੇ ਬੈਠੀ ਭੀੜ ਵੱਲ ਝਾਕਦਿਆਂ ਮੈਨੂੰ ਸੱਚਮੁੱਚ ਲੱਗਾ, ਇਹਨਾਂ ਸਭ ਨੂੰ ਪਰਦੇਸ ਹੌਲੀ-ਹੌਲੀ ਖਾ ਰਿਹਾ ਸੀ। ਧੀਆਂ ਪੁੱਤ ਬਾਹਰ ਚਲੇ ਗਏ ਸੀ ਤੇ ਬੁੱਢੇ ਠਹਿਰੇ ਰਹਿ ਗਏ ਸੀ ਘਰਾਂ ਦੀ ਰਾਖੀ ਲਈ। ਭੂਆ ਵੀ ਤਾਂ ਇਕੱਲੀ ਰਹਿੰਦੀ ਸੀ ਏਡੇ ਵੱਡੇ ਘਰ ਵਿੱਚ। ਸ਼ਾਇਦ ਆਪਣੀ ਇਕੱਲ ਤੋਂ ਵੀ ਘਬਰਾ ਬੜੇ ਚਾਅ ਨਾਲ ਕਨੇਡਾ ਚਲੇ ਗਈ ਸੀ। ਪਰ ਉਹ ਚਾਅ ਥੋੜ੍ਹੇ ਦਿਨਾਂ ਵਿੱਚ ਹੀ ਛੂ ਮੰਤਰ ਹੋ ਗਿਆ ਸੀ। 9 ਪੁੱਤ ਜਦ ਆਪਣੇ ਕੰਮਾਂ ਕਾਰਾਂ 'ਤੇ ਚਲੇ ਜਾਂਦੇ ਤਾਂ ਭੂਆ ਲੰਬੇ ਚੌੜੇ ਫੋਨ ਕਰਦੀ। ਮੈਂ ਕਈ ਵਾਰੀ ਇਹਨਾਂ ਫੋਨਾਂ ਤੋਂ ਅੱਕ ਜਾਂਦੀ, ਪਰ ਫਿਰ ਵੀ ਗੱਲਾਂ ਸੁਣਦੀ ਰਹਿੰਦੀ। ਨੀ ਅੜੀਏ, 9 ਪੁੱਤ ਚਾਅ ਤਾਂ ਬਥੇਰਾ ਕਰਦੇ ਆ, ਪਰ ਫਿਰ ਵੀ ਇਹ ਘਰ ਆਪਣਾ ਨਹੀਂ ਓ ਲੱਗਦਾ।
ਉਸ ਦਿਨ ਭੂਆ ਦੀ ਗੱਲ ਸੁਣ ਮੈਨੂੰ ਲੱਗਾ ਜਿਵੇਂ ਭੂਆ ਨੂੰ ਉਦਾਸੀ ਨੇ ਧੁਰ ਅੰਦਰ ਤੱਕ ਜੱਫਾ ਮਾਰਿਆ ਹੋਇਆ ਸੀ ਤੇ ਉਹ ਉਸ ਉਦਾਸੀ ਨੂੰ ਦੂਰ ਕਰਨ ਲਈ ਪੁੱਤ ਉਹਨੂੰ ਵਿਸਾਖੀ ਵਾਲਾ ਮੇਲਾ ਵਿਖਾਉਣ ਲਈ ਲੈ ਗਿਆ। ਪੁੱਤ ਨੂੰ ਲੱਗਾ ਅੱਜ ਮਾਂ ਖੁਸ਼ ਹੋ ਜੂ ਤੇ ਇਸੇ ਲਈ ਉਸ ਮਾਂ ਨੂੰ ਪੁੱਛਿਆ ਸੀ, ਮਾਂ ਇਹੋ ਜਿਹਾ ਮੇਲਾ ਵੇਖਿਆ ਕਦੇ? ਵੇ ਪੁੱਤ, ਸੱਚੀ ਇਹੋ ਜਿਹਾ ਮੇਲਾ ਮੈਂ ਕਦੇ ਨਹੀਂ ਵੇਖਿਆ, ਪਰ ਮੇਲੇ ਤਾਂ ਦਿਲ ਮਿਲਿਆਂ ਦੇ ਹੁੰਦੇ। ਇਹ ਕਾਹਦਾ ਮੇਲਾ ਜਿੱਥੇ ਕੋਈ ਜਾਣ ਸਿਆਣ ਦਾ ਨਹੀਂ, ਜਿੱਥੇ ਕੋਈ ਆਪਣਾ ਨਹੀਂ। ਪੁੱਤ ਬਹੁਤ ਕੁਝ ਮਾਂ ਨੂੰ ਕਹਿਣਾ ਚਾਹੁੰਦਾ ਸੀ ਪਰ ਕਹਿ ਨਾ ਸਕਿਆ। ਭੂਆ ਵੀ ਕਈ ਕੁਝ ਨੌ ਪੁੱਤ ਨੂੰ ਕਹਿਣਾ ਚਾਹੁੰਦੀ ਸੀ ਪਰ ਕਹਿ ਨਾ ਸਕਦੀ। ਜਦ ਕਦੇ ਮਨ ਭਰਿਆ ਹੁੰਦਾ ਤਾਂ ਮੇਰੇ ਸਾਹਮਣੇ ਛਲਕਣ ਲੱਗ ਪੈਂਦੀ। ਨੀ ਇਹਨਾਂ ਨੋਹਾਂ ਕੋਲ ਕੋਈ ਚਾਬੀ ਹੁੰਦੀ ਆ ਜਿਹੜੀ ਦਿਸਦੀ ਨਹੀਂ ਓ। ਵੇਖ ਲਾ ਮੇਰੇ ਵਰਗੀ ਰੋਹਬਦਾਰ ਔਰਤ ਦੇ ਵੀ ਮੂੰਹ ਨੂੰ ਜਿੰਦੇ ਲੱਗ ਗਏ। ਭੂਆ ਜੰਗਲ 'ਚ ਸ਼ੇਰਨੀ ਇੱਕੋ ਰਹਿ ਸਕਦੀ ਤੇ ਤੂੰ ਹੁਣ ਸ਼ੇਰਨੀਆਂ ਵਾਲੇ ਕਾਰੇ ਬੰਦ ਕਰ ਦੇ। ਗੱਲ ਸੁਣ ਲਾ ਮੇਰੀ, ਜੀਣਾ ਮੈਂ ਵੀ ਸ਼ੇਰਨੀ ਬਣ ਕੇ। ਜਦ ਤੱਕ ਜੀਣਾ ਸ਼ੇਰਨੀ ਵਾਲੀ ਦਹਾੜ ਨਹੀਂ ਓ ਛੱਡਣੀ। ਭਲਾ ਮਰਨ ਤੋਂ ਪਹਿਲਾਂ ਕਿਉਂ ਮਰੀਏ? ਸੱਚਮੁੱਚ ਭੂਆ ਮਰਨ ਤੋਂ ਪਹਿਲਾਂ ਜੀ ਭਰ ਕੇ ਜੀ ਲੈਣਾ ਚਾਹੁੰਦੀ ਸੀ, ਪਰ ਜਦ ਰੁੱਤ ਬਦਲੀ ਤਾਂ ਉਹਦੀਆਂ ਗੱਲਾਂ ਦਾ ਰੁੱਖ ਵੀ ਬਦਲ ਗਿਆ। ਨੌ ਪੁੱਤ ਜਿੰਨੇ ਜੋਗੇ ਵੀ ਸੀ ਉਹਦਾ ਤੇ ਮੋਹ ਕਰਦੇ। ਪੁੱਤ ਮਦਰ ਡੇ ਤੇ ਭੂਆ ਦੀ ਫੋਟੋ ਨਾਲ ਠੰਡੀ ਛਾਂ ਵਾਲਾ ਸਟੇਟਸ ਪਾਉਂਦਾ, ਪਰ ਭੂਆ ਨੂੰ ਇਹ ਸਭ ਕੁਝ ਬੇਮਤਲਬਾ ਜਿਹਾ ਲੱਗਦਾ ਤੇ ਉਹ ਠੰਡੀ ਛਾਂ ਜਿਹੀ ਹੁਣ ਆਪਣੇ ਲਈ ਛਾਂ ਭਾਲ ਰਹੀ ਸੀ। ਕਈ ਵਾਰ ਮੈਨੂੰ ਲੱਗਦਾ ਭੂਆ ਉਹ ਰੁੱਖ ਬਣ ਗਈ ਸੀ ਜਿਸ ਦੀ ਰੁੱਤ ਉਸ ਤੋਂ ਕੋਹਾਂ ਦੂਰ ਸੀ। ਇਹੋ ਜਿਹੇ ਵੇਲੇ ਹੀ ਮੈਂ ਉਹਨੂੰ ਕਿਹਾ ਸੀ, ਭੂਆ ਤਾਂ ਮੇਰੀ ਸ਼ੇਰਨੀ ਆ, ਐਵੇਂ ਕਿਉਂ ਦਿਲ ਛੋਟਾ ਕਰਕੇ ਬਹਿ ਗਈ? ਪਰਦੇਸਾਂ ਨੇ ਦਿਲ ਹੌਲੇ ਕਰਤੇ ਧੀਏ, ਉਂਝ ਮੈਂ ਕਿੱਥੇ ਲਈ ਦੀ ਸੀ। ਪਰਦੇਸ ਦੀਆਂ ਕਈ ਗੱਲਾਂ ਭੂਆ ਦੀ ਸਮਝ ਵਿੱਚ ਨਾ ਪੈਂਦੀਆਂ। ਇਹੋ ਜਿਹੇ ਵੇਲੇ ਉਹ ਖਿਝ ਜਿਹੀ 'ਚ ਕਹਿੰਦੀ, ਨੀ ਇੱਥੇ ਤਾਂ ਆਵਾ ਹੀ ਉਤਿਆ ਫਿਰਦਾ। ਸਾਡੇ ਵਾਰੇ ਪਾਰੇ ਧੀਆਂ ਦੇ 16ਵੇਂ ਵਰ੍ਹੇ ਨੂੰ ਲੁਕਾ ਲੁਕਾ ਕੇ ਰੱਖਦੇ ਸੀ ਤੇ ਇੱਥੇ ਤਾਂ ਹੋਕਾ ਦੇ ਦੱਸਦੇ ਫਿਰਦੇ ਆ। ਮੇਰੀ ਧੀ ਨੂੰ 16ਵਾਂ ਵਰ੍ਹਾ ਲੱਗ ਗਿਆ ਜੇ, ਸਾਰਾ ਟੱਬਰ ਕਮਲਾ ਹੋਈ ਫਿਰਦਾ। ਧੀ ਦਾ 16ਵਾਂ ਜਨਮ ਦਿਨ ਮਨਾਉਣ ਪਿੱਛੇ ਰੋਜ਼ ਕਰਦੇ ਫਿਰਨਗੇ। ਬਹੁਤ ਵੱਡੀ ਸੈਲਬਰੀ ਕਰਨੀ ਆ। ਭੂਆ ਦੀ ਗੱਲ ਸੁਣ ਮੈਨੂੰ ਹਾਸਾ ਆ ਗਿਆ ਸੀ ਤੇ ਮੈਂ ਹੱਸਦਿਆਂ ਕਿਹਾ ਸੀ, ਭੂਆ ਸੈਲਬਰੀ ਨਹੀਂ ਸੈਲੀਬ੍ਰੇਸ਼ਨ। ਨੀ ਚੱਲ ਜੋ ਵੀ ਹੋਇਆ ਤੈਨੂੰ ਸਮਝ ਆ ਗਿਆ ਨਾ ਬਹੁਤੀ ਪੜ੍ਹੀ ਲਿਖੀ ਨੂੰ। ਤੇ ਇਹੋ ਜਿਹੇ ਵੇਲੇ ਹੀ ਭੂਆ ਆਪਣੇ 16ਵੇਂ ਵਰ੍ਹੇ ਦਾ ਕਿੱਸਾ ਸੁਣਾਉਣ ਬਹਿ ਗਈ ਸੀ। ਚੜ੍ਹਦੀ ਜਵਾਨੀ ਸੀ ਮੇਰੀ ਜਦ ਬੌਬੀ ਫਿਲਮ ਆਈ। ਭਰਾ ਬੜੇ ਅੱਥਰੇ ਹੁੰਦੇ ਸੀ ਤੇ ਜਵਾਨੀ ਉਹਨਾਂ ਤੋਂ ਵੀ ਵੱਧ ਅੱਥਰੀ ਸੀ। ਮੈਂ ਤੇ ਮੇਰੇ ਚਾਚੇ ਦੀ ਕੁੜੀ ਪਿੰਦਰ ਨੇ ਬੌਬੀ ਵਾਂਗੂ ਸਿਰ ਤੇ ਉੱਚਾ ਜੂੜਾ ਕਰ ਲਿਆ। ਆਰਾਮ ਨਾਲ ਧਰੇਕ ਥੱਲੇ ਬੈੱਡ ਸੂਤੀ ਕੱਢ ਰਹੀਆਂ ਸੀ। ਬਾਹਰੋਂ ਜਵਾਕ ਲੰਘੇ, ਪਤਾ ਨਹੀਂ ਕਿਹੜੇ ਚੋਬਰ ਦੇ ਧੱਕੇ ਚੜੇ ਬੋਲਣ ਲੱਗ ਪਏ, ਬੌਬੀ ਬੌਬੀ। ਤੇਰੇ ਪਿਓ ਨੇ ਕਿਤੇ ਸੁਣ ਲਿਆ ਤੇ ਸਾਨੂੰ ਦੋਵਾਂ ਨੂੰ ਛਿਟੀਆਂ ਨਾਲ ਝੰਬ ਸੁੱਟਿਆ। ਭੂਆ ਦਾ ਲੰਬਾ ਚੌੜਾ ਕਿੱਸਾ ਸੁਣ ਮੈਂ ਸਵਾਦ ਲਾ ਕੇ ਪੁੱਛਣਾ, ਹੁਣ ਦੇ ਵੇਲੇ ਕੀ ਹੁੰਦਾ ਭਲਾ? ਹੁਣ ਤਾਂ ਬਸ ਉਹ ਗੱਲ ਆ, ਲੱਥ ਗਈ ਲੋਈ ਤੇ ਕੀ ਕਰੂਗਾ ਕੋਈ। ਨੌਹਾਂ ਧੀਆਂ ਨਿੱਕਰਾਂ ਜਿਹੀਆਂ ਪਾ ਕੇ ਫੇਸਬੁੱਕ ਤੇ ਫੋਟੋ ਪਾ ਦਿੰਦੀਆਂ ਤੇ ਥੱਲੇ ਸਹੁਰੇ ਪਤਿਓਰੇ ਲਿਖਦੇ ਫਿਰਦੇ ਆ ਨੈਸ ਪਿਕ। ਕਨੇਡਾ ਜਾ ਕੇ ਇਹੋ ਜਿਹੀਆਂ ਰੰਗ ਬਿਰੰਗੀਆਂ ਗੱਲਾਂ ਸੁਣਾਉਣਾ ਉਹਦਾ ਨਿਤਨੇਮ ਬਣ ਗਿਆ ਸੀ। ਗੱਲ ਸੁਣਾਉਣ ਤੋਂ ਪਹਿਲਾਂ ਉਹ ਅਕਸਰ ਕਹਿੰਦੀ, ਲੈ ਤੈਨੂੰ ਅੱਜ ਦਾ ਕਿੱਸਾ ਸੁਣਾਵਾਂ, ਤੇ ਮੈਂ ਉਹਦੇ ਮਿੱਠੇ ਸਲੂਣੇ ਕਿੱਸੇ ਸੁਣਦੀ ਰਹਿੰਦੀ। ਨੀ ਅੜੀਏ, ਅੱਜ ਮੈਂ ਸੈਰ ਕਰਨ ਘਰੋਂ ਬਾਹਰ ਨਿਕਲੀ ਤਾਂ ਤੇਰਾ ਭਰਾ ਮੈਨੂੰ ਸਮਝਾਉਂਦਿਆਂ ਕਹਿਣ ਲੱਗਾ, ਬੇਬੇ ਸੈਰ ਕਰਦੀ ਕਰਦੀ ਆਲੇ ਦੁਆਲੇ ਤੈਨੂੰ ਬੜੀਆਂ ਅਲੋਕਾਰ ਚੀਜ਼ਾਂ ਦਿਸਣੀਆਂ, ਐਵੇਂ ਡੇਲੇ ਪਾੜ ਪਾੜ ਝਾਕੀ ਨਾ ਜਾਈ ਉੱਧਰ ਨੂੰ। ਮੇਰੀ ਜਾਣੇ ਭਲਾ ਪਤਾ ਨਹੀਂ ਕਿਹੜੀਆਂ ਅਲੋਕਾਰ ਚੀਜ਼ਾਂ ਦੀ ਗੱਲ ਕਰਨ ਡਿਆ ਸੀ। ਫੇਰ ਭੂਆ ਕਿਹੜੀਆਂ ਅਲੋਕਾਰ ਚੀਜ਼ਾਂ ਵੇਖੀਆਂ ਤੂੰ? ਨੀ ਉੱਥੇ ਤਾਂ ਕੁੜੀਆਂ ਮੁੰਡੇ ਸ਼ਰੇਆਮ ਇੱਕ ਦੂਜੇ ਨਾਲ ਚੋਲ ਮੋਲ ਕਰਨ ਡਏ ਸੀ। ਫੇਰ ਭੂਆ ਤੂੰ ਵੇਖਿਆ ਉਹਨਾਂ ਵੱਲ? ਲੈ ਹੋਰ ਜੀ ਭਰ ਕੇ ਵੇਖਿਆ ਉਹਨਾਂ ਵੱਲ। ਵੇਖ ਕੇ ਮੈਂ ਸੋਚਿਆ ਜਵਾਨੀਆਂ ਤਾਂ ਇਹ ਲੋਕ ਮਾਣਦੇ ਆ। ਜੇ ਕਿਤੇ ਤੇਰਾ ਫੁੱਫੜ ਨਾਲ ਹੁੰਦਾ ਤਾਂ ਮੈਂ ਉਹਨੂੰ ਕਹਿਣਾ ਸੀ, ਜਵਾਨੀ 'ਚ ਤਾਂ ਚੋਲ ਮੋਲ ਕੀਤੇ ਨਾ, ਆ ਜਾ ਹੁਣੀ ਆਪਾਂ ਚੋਲ ਮੋਲ ਕਰ ਲਈਏ। ਲੈ ਭੂਆ ਲੱਭ ਲਾ ਕੋਈ ਗੋਰਾ, ਕਰ ਲਾ ਤੂੰ ਵੀ ਚੋਲ ਮੋਲ। ਚੱਲ ਜੇ ਤੂੰ ਕਹਿੰਦੀਆਂ ਤਾਂ ਅੱਜ ਹੀ ਕੋਈ ਗੋਰਾ ਲੱਭ ਕੇ ਉਹਨੂੰ ਮੈਂ ਆਈ ਲਵ ਯੂ ਕਹਿ ਦੇਣਾ, ਫੇਰ ਨਾ ਆਖੀਂ ਦੱਸਿਆ ਨਹੀਂ।
ਇਹੋ ਜਿਹੀਆਂ ਗੱਲਾਂ ਕਰ ਅਸੀਂ ਕਿੰਨਾ ਚਿਰ ਹੱਸਦੀਆਂ ਰਹੀਆਂ ਸੀ ਤੇ ਫਿਰ ਭੂਆ ਦੀ ਗਰਾਰੀ ਚੋਲ ਮੋਲ ਤੇ ਹੀ ਅੜ ਗਈ ਸੀ। ਕਈ ਵਾਰ ਸੋਚੂੰ ਸਾਡੇ ਤਾਂ ਚੋਲ ਮੋਲ ਕਿਸੇ ਨਾ ਕੀਤੇ, ਸਾਡੇ ਦਿਨ ਪਤਾ ਨਹੀਂ ਕਿੱਥੇ ਛਿਪਣ ਹੋ ਗਏ। ਕਨੇਡੇ ਤਾਂ ਰੰਨ ਰਸੋਈ 'ਚ ਹੋਊ ਤੇ ਲੇਲਿਆਂ ਵਾਂਗੂ ਖਸਮ ਪਿੱਛੇ ਪਿੱਛੇ ਤੁਰੇ ਫਿਰਦੇ, ਰੰਗ ਬਰੰਗੇ ਨਾਂ ਲੈ ਲੈ ਕੇ ਲਾਡ ਲਡਾਉਂਦੇ ਆ। ਭੂਆ ਤੈਨੂੰ ਫੁੱਫੜ ਕੀ ਕਹਿ ਲਾਡ ਲਡਾਉਂਦਾ ਹੁੰਦਾ ਸੀ? ਤੈਨੂੰ ਦੱਸਾਂ, ਉਹ ਮੇਰਾ ਭੋਰਾ ਵਸਾ ਨਹੀਂ ਖਾਂਦਾ ਹੁੰਦਾ ਸੀ, ਪਰ ਲਾਡ ਨਹੀਂ ਸੀ ਉਸ ਕਦੇ ਲੜਾਏ। ਆ ਕੀ ਗੱਲ ਹੋਈ ਭਲਾ ਭੂਆ? ਨੀ ਇਹੋ ਜਿਹੀਆਂ ਹੀ ਗੱਲਾਂ ਹੁੰਦੀਆਂ ਸੀ। ਸਾਡੇ ਵਾਰੇ ਪਾਰੇ ਕਹਿੰਦੇ ਹੁੰਦੇ ਸੀ, ਜਿਹੜਾ ਰੰਨ ਲਾਡਲੀ ਰੱਖੂ ਉਹ ਕੀ ਜਗ ਤੇ ਖੱਟੀ ਖੱਟੂ। ਤੇ ਇੰਜ ਉਹ ਕਿੰਨਾ ਚਿਹਰੀ ਆਪਣੇ ਹੋਏ ਬੀਤੇ ਦੇ ਕਿੱਸੇ ਸੁਣਾਉਂਦੀ ਰਹਿੰਦੀ। ਫੁੱਫੜ ਦੀਆਂ ਗੱਲਾਂ ਕਰਦਿਆਂ ਕਰਦਿਆਂ ਉਹਦਾ ਬੋਲ ਭਾਰਾ ਹੋ ਜਾਂਦਾ ਤੇ ਇੱਕ ਚੁੱਪ ਸਾਡੇ ਦੋਵਾਂ ਵਿਚਕਾਰ ਫੈਲ ਜਾਂਦੀ। ਉਸ ਪਲ ਮੈਂ ਉਸ ਚੁੱਪ ਨੂੰ ਤੋੜਦਿਆਂ ਕਹਿ ਦਿੰਦੀ, ਭੂਆ ਤਗੜੀ ਹੋ, ਸਾਰੀ ਉਮਰ ਕੋਈ ਨਾਲ ਥੋੜ੍ਹੀ ਨਿਭਦਾ। ਤੇ ਫਿਰ ਉਹ ਆਪਣੇ ਆਪ ਨੂੰ ਸਾਵਾਂ ਕਰਦਿਆਂ ਕਹਿੰਦੀ, ਨੀ ਤਗੜੀ ਤਾਂ ਬਥੇਰੀ ਸੀ, ਐਵੇਂ ਕਈ ਵਾਰ ਬਸ ਜੀ ਇੰਨਾ ਹੀ ਸਾਥ ਸੀ। ਹੱਸਦਿਆਂ ਹਸਾਉਂਦਿਆਂ ਹੀ ਡੰਡੀਓਂ ਲੈ ਗਈ। ਹਜੇ ਕੋਈ ਜਾਣ ਦੀ ਉਮਰ ਸੀ। ਕਿਸੇ ਨੇ ਮੈਨੂੰ ਕਲਾਵੇ ਵਿੱਚ ਲੈਂਦਿਆਂ ਕਿਹਾ, ਮੇਰਾ ਵੀ ਜੀ ਕਰਦਾ ਸੀ ਸੱਥਰ ਤੇ ਬੈਠੇ ਲੋਕ ਭੂਆ ਦੀਆਂ ਬਹੁਤ ਸਾਰੀਆਂ ਗੱਲਾਂ ਮੇਰੇ ਨਾਲ ਕਰਨ, ਜਿਵੇਂ ਦੀ ਉਹ ਸੀ ਉਵੇਂ ਦੀਆਂ ਹੀ ਗੱਲਾਂ ਕਰਨ। ਪਰ ਬੜੀ ਛੇਤੀ ਉਹਨਾਂ ਦੀਆਂ ਗੱਲਾਂ ਵਿਹਾਰੀ ਜਿਹੀਆਂ ਹੋ ਗਈਆਂ ਸੀ। ਸੱਥਰ ਦੀ ਇਸ ਭੀੜ ਵਿੱਚ ਮੈਨੂੰ ਭੂਆ ਦਾ ਉਹ ਸ਼ਰੀਕ ਦਿਸਿਆ ਜਿਸ ਨਾਲ ਭੂਆ ਜੀ ਦੀ ਕਦੇ ਵੀ ਨਹੀਂ ਬਣ ਆਈ ਸੀ। ਉਂਝ ਵੀ ਭੂਆ ਬਾਰੇ ਮਸ਼ਹੂਰ ਸੀ, ਜੇ ਉਹਦੇ ਮੱਥੇ ਤੇ ਕਿਸੇ ਗੱਲੋਂ ਤਿਉੜੀ ਪੈ ਜਾਂਦੀ ਤਾਂ ਛੇਤੀ ਕਿਤਿਆਂ ਜਾਂਦੀ ਨਹੀਂ ਸੀ। ਇੱਕ ਦਿਨ ਮੈਂ ਉਂਝ ਹੀ ਪੁੱਛ ਲਿਆ, ਭੂਆ ਅੱਜ ਕੱਲ੍ਹ ਤਾਂ ਨਹੀਂ ਕਿਸੇ ਦੇ ਨਾਂ ਦੀ ਤਿਉੜੀ ਪਾਈ ਫਿਰਦੀ? ਨਹੀਂ ਬਸ ਇੱਕ ਹੀ ਬੰਦੇ ਦਾ ਰੌਲਾ ਜਿਹਾ ਰਹਿ ਗਿਆ, ਬਸ ਹੁਣ ਉਹਦੇ ਨਾਂ ਦੀ ਵੀ ਤਿਉੜੀ ਖਤਮ ਕਰ ਦੇਣੀ ਆ। ਸਾਰੇ ਰੌਲੇ ਖਤਮ ਕਰਦੀ ਕਰਦੀ ਉਹ ਤਾਂ ਆਪ ਹੀ ਮਰ ਮੁੱਕ ਗਈ ਸੀ। ਵਿਹੜੇ ਵਿੱਚੋਂ ਸੱਥਰ ਉੱਠ ਚੁੱਕਾ ਸੀ, ਪਰਛਾਵੇਂ ਢਲ ਗਏ ਸੀ। ਡੁੱਬਦਾ ਸੂਰਜ ਪਤਾ ਨਹੀਂ ਕਿਉਂ ਮੈਨੂੰ ਡੋਬ ਪਾ ਰਿਹਾ ਸੀ। ਸਿਆਲ ਦੀ ਠਰੀ ਸ਼ਾਮ ਵੇਲੇ ਭੂਆ ਨੂੰ ਕੈਂਡੀ ਵਿੱਚ ਰੱਖ ਦਿੱਤਾ ਸੀ। ਭੂਆ ਦਾ ਘਰ ਮੈਨੂੰ ਓਪਰਾ ਜਿਹਾ ਲੱਗਣ ਲੱਗ ਪਿਆ ਸੀ ਤੇ ਮੈਂ ਪਰਦੇਸੀ ਬੈਠੇ ਆਪਣਿਆਂ ਨੂੰ ਫੋਨ ਕਰਨ ਲੱਗ ਪਈ ਸੀ। ਭਰਾ ਭਰਜਾਈਆਂ ਭਤੀਜਿਆਂ ਕੋਲ ਭੂਆ ਦੀਆਂ ਬੜੀਆਂ ਹੀ ਗੱਲਾਂ ਸੀ। ਥੋੜ੍ਹਾ ਜਿਹਾ ਜੇਰਾ ਕਰ ਮੈਂ ਆਉਣ ਦਾ ਪੁੱਛਿਆ ਸੀ ਤੇ ਫਿਰ ਕਿੰਨੇ ਹੀ ਝੂਠੇ ਮੂਠੇ ਬਹਾਨੇ ਫੋਨ ਤੇ ਸੁਣ ਲਏ ਸੀ। ਉਸ ਪਲ ਮੈਨੂੰ ਸਾਰੇ ਹੀ ਰਿਸ਼ਤੇ ਬੇਮਤਲਬੇ ਜਿਹੇ ਲੱਗੇ ਤੇ ਉਸ ਪਲ ਭੂਆ ਦੇ ਅੰਤ ਵਿੱਚੋਂ ਮੈਨੂੰ ਆਪਣਾ ਅੰਤ ਦਿਸਣ ਲੱਗ ਪਿਆ ਸੀ। ਤੇ ਉਸ ਪਲ ਮੈਂ ਭੂਆ ਲਈ ਲਿਆਂਦੀ ਲੋਈ ਨੂੰ ਕਿੰਨਾ ਚਿਰ ਆਪਣੇ ਗਲ ਨਾਲ ਲਾਈ ਅਥਰੂ ਕੇਰਦੀ ਰਹੀ ਸੀ। ਤੇ ਉਸ ਪਲ ਹੀ ਭੂਆ ਨਾਲ ਹੋਈ ਲੋਈ ਵਾਲੀ ਕੀਤੀ ਗੱਲ ਮੁੜ ਚੇਤੇ ਆ ਗਈ ਸੀ। ਮੇਰਾ ਭਰਾ ਉਨੀ ਦਿਨੀ ਆਪਣੇ ਦੇਸ਼ ਆਇਆ ਸੀ, ਆਪਣੇ ਕੰਮ ਧੰਦੇ ਲੱਗਾ ਰਿਹਾ। ਭੂਆ ਦੇ ਪਿੰਡ ਗੇੜਾ ਨਾ ਮਾਰ ਹੋਇਆ ਉਸ ਕੋਲੋਂ। ਉਸ ਦਿਨ ਭੂਆ ਨੇ ਮੈਨੂੰ ਮੇਰੇ ਭਰਾ ਦਾ ਉਲਾਂਭਾ ਦਿੱਤਾ ਸੀ। ਨੀ ਵੇਖ ਲਾ, ਜਾਣ ਲੱਗਿਆ ਮਿਲ ਕੇ ਵੀ ਨਾ ਗਿਆ, ਕਿੱਡਾ ਨਿਰਮੋਇਆ ਹੋ ਗਿਆ ਭਤੀਜਾ। ਮੇਰੇ ਭਰਾ ਦੀ ਥਾਂ ਹੀ ਸੀ, ਮੇਰੇ ਭਤੀਜੇ ਦੀ ਥਾਂ ਵੀ ਸੀ, ਪਰ ਉਸ ਕੋਲੋਂ ਤਾਂ ਕੋਈ ਥਾਂ ਨਾ ਰੱਖ ਹੋਈ। ਚੱਲ ਛੱਡ ਭੂਆ, ਥੁੱਕ ਦੇ ਗੁੱਸੇ ਨੂੰ, ਇੰਨਾ ਗੁੱਸਾ ਚੰਗਾ ਨਹੀਂ ਓ। ਗੱਲ ਗੁੱਸੇ ਦੀ ਨਹੀਂ ਓ, ਗੱਲ ਹਮੇ ਦਾਵੇ ਦੀ ਆ। ਭੂਆ ਪਰਦੇਸੀਆਂ ਦੇ ਕਾਹਦੇ ਹਮੇ ਦਾਵੇ? ਹਮੇ ਦਾਵਿਆਂ ਦੇ ਸਿਰ ਤੇ ਹੀ ਤਾਂ ਰਿਸ਼ਤੇ ਆ ਧੀਏ। ਕੱਲ੍ਹ ਨੂੰ ਇਹਨਾਂ ਤੋਂ ਕੀ ਆਸ, ਮੇਰੀ ਮਰੀ ਤੋਂ ਲੋਈ ਵੀ ਪਾਉਣ ਆਉਣਗੇ ਕਿ ਨਹੀਂ। ਤੇ ਉਸ ਪਲ ਮੈਂ ਐਵੇਂ ਹੀ ਗੱਲ ਨੂੰ ਹਾਸੇ ਵਿੱਚ ਟਾਲਦਿਆਂ ਕਿਹਾ ਸੀ, ਭੂਆ ਤੂੰ ਮਰਨ ਵਾਲੀ ਬਣ, 4 ਭਤੀਜਿਆਂ ਦੇ ਵੰਡੇ ਦੀਆਂ ਲੋਈਆਂ ਮੈਂ ਤੇਰੇ ਤੇ ਪਾਊਂ। ਤੇ ਭੂਆ ਜੋ ਇਸ ਵੇਲੇ ਡਾਢੀ ਔਖੀ ਸੀ, ਹੱਸਦੀ ਹੱਸਦੀ ਦੋਹਰੀ ਚੌਰੀ ਹੋ ਗਈ। ਤੇ ਇਸ ਵੇਲੇ ਭੂਆ ਕੈਂਡੀ ਵਿੱਚ ਲੱਗੀ ਹੋਈ ਸੀ। ਮੈਂ ਜੀ ਭਿਆਣੀ ਜਿਹੀ ਕੈਂਡੀ ਦੇ ਚੱਕਰ ਕੱਟਣ ਲੱਗਦੀ ਹਾਂ, ਉਹਦੇ ਚਿਹਰੇ ਨੂੰ ਗੌਰ ਨਾਲ ਵੇਖਦੀ ਹਾਂ। ਪਰਦੇਸਾਂ ਨੇ ਆਹ ਦਿਨ ਵੀ ਦਿਖਾਉਣੇ ਸੀ, ਮਰਨਾ ਖਰਾਬ ਕਰ ਦਿੱਤਾ ਇਸ ਪਰਦੇਸ ਨੇ। ਲਾਗੋਂ ਕਿਸੇ ਦੀ ਆਵਾਜ਼ ਆਈ ਤਾਂ ਮੈਨੂੰ ਯਾਦ ਆਇਆ, ਮਰਨੇ ਖਰਾਬ ਤੋਂ ਭੂਆ ਕਿੰਨਾ ਡਰਦੀ ਹੁੰਦੀ ਸੀ। ਕਨੇਡਾ ਕਿਸੇ ਦੇ ਸੰਸਕਾਰ ਤੇ ਗਈ ਤਾਂ ਕਿੰਨਾ ਹੀ ਚਿਰ ਸੋਚੀ ਪਈ ਰਹੀ ਸੀ ਤੇ ਫਿਰ ਬੇਵਿਸ਼ਵਾਸੀ ਜਿਹੀ ਵਿੱਚ ਉਸ ਕਿਹਾ ਸੀ, ਇੱਥੇ ਤਾਂ ਮਰਨ ਦਾ ਵੀ ਕੋਈ ਹੱਜ ਨਹੀਂ ਓ। ਕਿੰਨੇ ਕਿੰਨੇ ਦਿਨ ਮੁਰਦੇ ਨੂੰ ਬਰਫ਼ ਵਿੱਚ ਲਾਈ ਰੱਖਦੇ ਆ ਤੇ ਫਿਰ ਟਾਈਮ ਮਿਲਣ ਤੇ ਸੰਸਕਾਰ ਹੁੰਦਾ ਹੈ ਨਾ। ਮਰਨੇ ਖਰਾਬ ਵਾਲੀ ਗੱਲ। ਭੂਆ ਜਦ ਬੰਦਾ ਮਾਰ ਹੀ ਗਿਆ
ਫਿਰ ਮਰਨਾ ਖਰਾਬ ਹੋਵੇ ਜਾਂ ਮਰਨਾ ਠੀਕ ਹੋਵੇ, ਕੀ ਫਰਕ ਪੈਂਦਾ? ਫਰਕ ਕਿਉਂ ਨਹੀਂ ਪੈਂਦਾ? ਮੁਰਦਾ ਮਸ਼ੀਨ ਜਿਹੀ 'ਚ ਅੰਦਰ ਜਾਂਦਾ, ਸਵਾਦ ਦੀ ਢੇਰੀ ਬਣ ਬਾਹਰ ਆ ਜਾਂਦਾ। ਫੁੱਲ ਵੀ ਝੁਲਸ ਜਾਂਦੇ ਹੋਣੇ ਸਾਰੇ। ਇੰਜ ਗਤੀ ਹੋ ਜਾਂਦੀ ਹੋਊ ਭਲਾ। ਉਸ ਵੇਲੇ ਛੋਟੀ ਭੂਆ ਮੇਰੇ ਲਾਗੇ ਹੀ ਖਲੋਤੀ ਸੀ ਤੇ ਮੈਂ ਉਹਦੇ ਗੱਲ ਲੱਗ ਬਸ ਇਹੀ ਪੁੱਛ ਸਕੀ ਸੀ, ਭੂਆ ਦੀ ਗਤੀ ਹੋ ਜਾਊ ਭਲਾ? ਲੈ ਕਮਲੀ ਨਾ ਹੋਵੇ ਤਾਂ ਤੂੰ ਜੀ ਛੋਟਾ ਕਿਉਂ ਕਰਦੀ ਆ? ਸਾਰੇ ਕਾਰ ਵਿਹਾਰ ਚੱਜ ਨਾਲ ਕਰਨੇ ਆਪਾਂ, ਗਤੀ ਕਿੱਦਾਂ ਨਾ ਹੋਊ ਭਲਾ? ਤੇ ਫਿਰ ਉਸ ਵਿਹਾਰੀ ਜਿਹੀ ਗੱਲ ਪੁੱਛੀ, ਪੁੱਤ ਸਾਡੇ ਵੱਲੋਂ ਸਾਰਿਆਂ ਪਹੁੰਚ ਜਾਣਾ ਰਾਤ ਤੱਕ, ਤੁਹਾਡੇ ਵੱਲੋਂ ਵੀ ਤੁਰ ਪਏ ਹੋਣੇ ਸਾਰੇ। ਤੋਰੀ ਪਏ ਹੋਣਗੇ, ਤੁਸੀਂ ਦੇ ਦਿਓ ਟਾਈਮ ਆਪਣੇ ਹਿਸਾਬ ਨਾਲ। ਸਵੇਰ ਤੱਕ ਸਭ 7 ਸਮੁੰਦਰੋਂ ਪਾਰ ਕਰਕੇ ਆ ਗਏ ਸੀ। ਪੁੱਤ ਕਿੰਨਾ ਚਿਰ ਮੰਜੇ ਦੇ ਪਾਵੇ ਨੂੰ ਫੜ ਮਾਂ ਨਾਲ ਗੱਲਾਂ ਕਰਦਾ ਰਿਹਾ ਸੀ ਤੇ ਫਿਰ ਆਖਰੀ ਸਵਾਲ ਉਸ ਮਾਂ ਨੂੰ ਪਾਇਆ ਸੀ, ਮੇਰੇ ਕੋਲੋਂ ਕਿਹੜੀ ਗਲਤੀ ਹੋ ਗਈ ਮੇਰੀ ਇਹ ਠੰਡੀਏ ਛਾਵੇਂ? ਪਰ ਠੰਡੀ ਛਾਂ ਵੱਲੋਂ ਕੋਈ ਜਵਾਬ ਨਹੀਂ ਆਇਆ ਸੀ। ਕੋਈ ਪਿੱਛੋਂ ਆਵਾਜ਼ ਆਉਂਦੀ ਹੈ, ਨੀ ਪੇਕਿਆਂ ਵੱਲੋਂ ਨਹੀਂ ਕੋਈ ਬੋੜਿਆ ਹਾਲੇ ਤਾਈਂ। ਉਸ ਆਵਾਜ਼ ਨੂੰ ਮੈਂ ਠਰੀ ਜਿਹੀ ਆਵਾਜ਼ ਵਿੱਚ ਜਵਾਬ ਦਿੰਦੀ ਹਾਂ, ਪੇਕਿਆਂ ਵੱਲੋਂ ਨਹੀਂ ਕਿਸੇ ਬੋੜਨਾ, ਤੁਸੀਂ ਕਰੋ ਆਪਣੇ ਕਾਰ ਵਿਹਾਰ। ਨੀ ਪਰਦੇਸਾਂ ਦੀਆਂ ਕਈ ਮਜਬੂਰੀਆਂ ਹੋਣੀਆਂ, ਹੋਰ ਭਰਾ ਭਤੀਜਿਆਂ ਨੂੰ ਕਿਹੜਾ ਠੰਡਾ ਕੱਢਦਾ। ਇਹੋ ਜਿਹੀਆਂ ਕਿੰਨੀਆਂ ਹੀ ਆਵਾਜ਼ਾਂ ਮੈਨੂੰ ਬੇਚੈਨੀ ਦੇ ਗਈਆਂ। ਫਿਰ ਕੁਝ ਆਵਾਜ਼ਾਂ ਮੈਨੂੰ ਕਾਰ ਵਿਹਾਰ ਸਮਝਾਉਣ ਲੱਗੀਆਂ। ਅੱਜ ਤੋਂ ਪਹਿਲਾਂ ਮੈਨੂੰ ਇਹਨਾਂ ਕਾਰਾਂ ਵਿਹਾਰਾਂ ਦਾ ਬਹੁਤਾ ਨਹੀਂ ਪਤਾ ਸੀ ਤੇ ਅੱਜ ਮੈਂ ਸਿਆਣੀ ਜਿਹੀ ਬਣ ਸਭ ਰਸਮਾਂ ਨਿਭਾਉਣ ਲੱਗ ਪਈ। ਲਾਸ਼ ਨੂੰ ਨਹਾਉਣ ਤੋਂ ਬਾਅਦ ਖੱਫਣ ਪਾ ਦਿੱਤਾ ਸੀ ਤੇ ਮੈਂ ਰਸਮ ਮੁਤਾਬਕ ਪੇਕਿਆਂ ਵੱਲੋਂ ਖੱਫਣ ਦੇ ਪੈਸੇ ਦੇ ਦਿੱਤੇ। ਮੈਂ ਹਾਰੀਆਂ ਜਿਹੀਆਂ ਨਜ਼ਰਾਂ ਨਾਲ ਭੀੜ ਵੱਲ ਵੇਖਿਆ। ਪਹਿਲੀ ਲੋਈ ਪੇਕਿਆਂ ਦੀ ਹੁੰਦੀ ਆ, ਕਿਸੇ ਸਿਆਣੀ ਔਰਤ ਨੇ ਸਮਝਾਉਂਦਿਆਂ ਕਿਹਾ। ਮੈਂ ਚੁੱਪਚਾਪ ਭੂਆ ਦੀ ਦੇਹ ਤੇ 4 ਭਤੀਜਿਆਂ ਦੇ ਵੰਡੇ ਦੀਆਂ ਲੋਈਆਂ ਪਾਉਣ ਲੱਗ ਪਈ। ਨੀ ਤੇਰੇ ਪੇਕਿਆਂ ਦੇ ਸੰਦੂਕਾਂ 'ਚੋਂ ਤੇਰੇ ਹਿੱਸੇ ਦੀਆਂ ਲੋਈਆਂ ਮੁੱਕ ਗਈਆਂ। ਭੀੜ 'ਚੋਂ ਆਈ ਆਵਾਜ਼ ਮੈਨੂੰ ਜਿਉਂਦਿਆਂ ਜੀ ਮੁਕਾ ਗਈ। ਮੈਂ ਹੌਲੀ ਜਿਹੇ ਲੋਈਆਂ ਪਰੇ ਕਰਕੇ ਭੂਆ ਦੇ ਅੰਤਿਮ ਦਰਸ਼ਨ ਕਰਦੀ ਹਾਂ। ਭੂਆ ਦੇ ਭਰਵੱਟਿਆਂ ਦੇ ਵਿਚਕਾਰ ਵਾਲੀ ਥਾਂ ਅਜੇ ਵੀ ਉੱਭਰੀ ਪਈ ਸੀ। ਮੈਂ ਦਵਾ ਦਵ ਭੂਆ ਦਾ ਮੂੰਹ ਲੋਈ ਨਾਲ ਢੱਕ ਦਿੰਦੀ ਹਾਂ।